ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਕੁਝ ਖਬਰਾਂ ਨੇ ਜਿਨ੍ਹਾਂ ਤੇ ਮੈਂ ਵਿਚਾਰ ਚਰਚਾ ਤੁਹਾਡੇ ਨਾਲ ਕਰਨੀ ਚਾਹੁੰਦਾ। ਕੁਝ ਖਬਰਾਂ ਰਾਜਨੀਤੀ ਦੇ ਨਾਲ ਪ੍ਰੇਰਿਤ ਨੇ, ਰਾਜਨੀਤਿਕ ਖਬਰਾਂ ਨੇ, ਤੇ ਕੁਝ ਸਮਾਜਿਕ ਖਬਰਾਂ ਨੇ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅਮਰੀਕਾ ਵਾਲੇ ਪਾਸਿਓਂ ਖਬਰ ਆਈ ਹੈ। ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਨੇ ਆਪਣਾ 90 ਸਫ਼ਿਆਂ ਦਾ ਇੱਕ ਚੋਣ ਮਨੋਰਥ ਪੱਤਰ ਜਿਹੜਾ ਪ੍ਰਸਤਾਵਿਤ ਹੈ ਉਹ ਜਾਰੀ ਕੀਤਾ। ਉਹਦੇ ਵਿੱਚ ਪ੍ਰਵਾਸੀਆਂ ਨੂੰ ਭਰਮਾਉਣ ਵਾਸਤੇ ਕੀ ਕੁਝ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਇਹਦੇ ਨਾਲ ਨਵਜੋਤ ਕੌਰ ਸਿੱਧੂ ਨੇ ਕੁਝ ਅਹਿਮ ਖੁਲਾਸੇ ਕਰ ਦਿੱਤੇ ਹੈ। ਜਿਹੜੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਰਹਿਣਗੇ, ਕੀ ਉਹ ਆਮ ਆਦਮੀ ਪਾਰਟੀ ਵੱਲ ਰੁਖ ਕਰਨਗੇ ਜਾਂ ਫਿਰ ਆਪਣੀ ਪਹਿਲੀ ਪਾਰਟੀ ਭਾਜਪਾ ਵੱਲ ਹੀ ਜਾਣਗੇ। ਨਵੇਂ ਸੰਕੇਤ ਨਵਜੋਤ ਕੌਰ ਸਿੱਧੂ ਨੇ ਜਿਹੜੇ ਦਿੱਤੇ ਨੇ ਉਹ ਸਾਂਝੇ ਕਰਾਂਗੇ। ਇਸੇ ਤਰ੍ਹਾਂ ਮਨੀਲਾ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਆਈ ਹੈ। 32 ਵਰ੍ਹਿਆਂ ਦੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇੱਕ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਹਰਿਆਣੇ ਦੇ ਵਿੱਚੋਂ ਮਿਲ ਰਹੀ ਹੈ। ਹਰਿਆਣੇ ਦੇ ਵਿੱਚ ਇੱਕ ਮੁਟਿਆਰ ਦਾ ਕਤਲ ਹੋਇਆ, ਮੌਤ ਹੋਈ। ਉਹਦੇ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਉਹਦਾ ਸੰਸਕਾਰ ਕਰ ਰਹੇ ਸੀ, ਪ੍ਰਸ਼ਾਸਨ ਉੱਤੋਂ ਦੀ ਆਇਆ, ਬਲਦੀ ਚਿਤਾ ਦੇ ਉੱਤੇ ਪਾਣੀ ਪਾ ਦਿੱਤਾ ਕਿ ਅੱਧ ਸੜੀ ਲਾਸ਼ ਉਸ ਦੀ ਚਿਤਾ ਦੇ ਵਿੱਚੋਂ ਬਾਹਰ ਕੱਢ ਲਈ ਗਈ। ਇੱਕ ਹੋਰ ਖਬਰ, ਰਾਜਨੀਤਿਕ ਖਬਰ ਇਹ ਹੈ ਕਿ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ। ਖੋਲ੍ਹਣਾ ਬਣਦਾ ਵੀ ਸੀ, ਪਰ ਹੁਣ ਸਾਰੀ ਦੀ ਸਾਰੀ ਕੈਬਨਿਟ ਉਹਨਾਂ ਦੇ ਵਿਰੋਧ ਵਿੱਚ ਨਿੱਤਰ ਆਈ ਹੈ। ਕਹਿੰਦੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰੋ, ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿਓ। ਇੱਕ ਹੋਰ ਮੰਦਭਾਗੀ ਖਬਰ ਹੈ, ਉਹ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਓ ਪੁੱਤ ਤੇ ਇੱਕ ਹੋਰ ਵਿਅਕਤੀ ਭੇਡਾਂ ਬੱਕਰੀਆਂ ਚਾਰਨ ਗਿਆ ਪਰ ਘਰੇ ਨਹੀਂ ਪਰਤੇ। ਵਾਪਰਿਆ ਉਹਨਾਂ ਦੇ ਨਾਲ ਕੀ, ਮੌਤ ਉਹਨਾਂ ਦੀ ਕਿਵੇਂ ਹੋਈ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਸਭ ਤੋਂ ਪਹਿਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਡੈਮੋਕ੍ਰੇਟਿਕ ਪਾਰਟੀ ਨੇ ਆਪਣਾ ਇੱਕ ਚੋਣ ਮਨੋਰਥ ਪੱਤਰ ਪ੍ਰਸਤਾਵਿਤ 90 ਵਰ੍ਹਿਆਂ ਦਾ ਜਾਰੀ ਕੀਤਾ। ਉਹਦੇ ਵਿੱਚ ਅਸਲ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਭਰਮਾਉਣ ਦੀ ਪੂਰੀ ਕੋਸ਼ਿਸ਼ ਹੈ। ਪਰ ਹੁਣ ਇਹ ਸਮਾਂ ਦੱਸੂਗਾ ਕਿ ਜਿੱਤ ਰਾਸ਼ਟਰਪਤੀ ਟਰੰਪ ਸਾਹਿਬ ਦੁਬਾਰਾ ਦਰਜ ਕਰਦੇ ਆ ਜਾਂ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਦਰਜ ਹੁੰਦੀ ਹੈ। ਅਸਲ ਦੇ ਵਿੱਚ 17 ਤਰੀਕ ਤੋਂ ਲੈ ਕੇ 20 ਅਗਸਤ ਦੇ ਵਿਚਕਾਰ ਵਿਸਕੌਨਸਨ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਇਕੱਠੇ ਹੋ ਰਹੇ ਨੇ ਅਤੇ ਉੱਥੇ ਹੀ ਜੋ ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰੀ ਦੇ ਉੱਤੇ ਮੋਹਰ ਲੱਗਣੀ ਹੈ। ਪਰ ਹੁਣ ਜਿਹੜਾ ਚੋਣ ਮਨੋਰਥ ਪੱਤਰ ਪ੍ਰਸਤਾਵਿਤ ਕੀਤਾ ਗਿਆ ਤੇ 90 ਉਹਦੇ ਸਫ਼ੇ ਨੇ, ਉਹਦੇ ਵਿੱਚ ਜਿਹੜੀਆਂ ਕੁਝ ਪ੍ਰਵਾਸੀਆਂ ਵਾਸਤੇ ਅਹਿਮ ਗੱਲਾਂ ਦਰਜ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਤਾਂ ਗੱਲ ਇਹ ਕਿ ਰਾਸ਼ਟਰਪਤੀ ਟਰੰਪ ਸਾਹਿਬ ਨੇ ਬੀਤੇ ਦਿਨੀ ਅਨਾਉਂਸਮੈਂਟ ਕੀਤੀ ਸੀ ਕਿ H1B ਵੀਜ਼ਾ, ਜਿਹਦੇ ਨਾਲ ਸਭ ਤੋਂ ਵੱਧ ਭਾਰਤੀ ਪ੍ਰਭਾਵਿਤ ਹੋਏ ਨੇ, ਕਿਹਾ ਸੀ ਕਿ ਇਹਨਾਂ ਦੇ ਉੱਤੇ ਅਸਥਾਈ ਤੌਰ ਤੇ ਰੋਕ ਹੈ। ਬੀਤੀ 23 ਜੂਨ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਤੇ ਪਰਸੋਂ ਦਸਤਖਤ ਕੀਤੇ ਹੈ ਕਿ 24 ਜੂਨ ਤੋਂ ਇਸ ਨੂੰ ਪ੍ਰਭਾਵੀ ਮੰਨਿਆ ਜਾਵੇ ਤੇ ਇਸ ਸਾਲ ਦੇ ਅਖੀਰ ਤੱਕ ਹਰ ਇੱਕ ਕੰਪਨੀ ਨੂੰ ਇਹ ਬੇਨਤੀ ਕਰ ਦਿੱਤੀ ਗਈ ਹੈ ਤੇ ਹੁਕਮ ਚਾੜ ਦਿੱਤਾ ਗਿਆ ਕਿ ਕੋਈ ਵੀ ਕੰਪਨੀ ਕਿਸੇ ਵੀ ਪ੍ਰਵਾਸੀ ਨੂੰ ਕੰਟਰੈਕਟ ਤੇ ਜਾਂ ਸਬ ਕੰਟਰੈਕਟ ਤੇ ਹਾਇਰ ਨਾ ਕਰੇ। ਮੈਂ ਅਮਰੀਕਨਾਂ ਵਾਸਤੇ ਇਹ ਨੌਕਰੀਆਂ ਬਚਾਉਣੀਆਂ ਚਾਹੁੰਦਾ। ਪਰ ਰਾਸ਼ਟਰਪਤੀ ਜੋ ਬਾਈਡਨ ਜਿਹੜੇ ਉਪ ਰਾਸ਼ਟਰਪਤੀ ਨੇ, ਸਾਬਕਾ ਉਪ ਰਾਸ਼ਟਰਪਤੀ ਨੇ, ਚੋਣ ਲੜ ਰਹੇ ਨੇ, ਉਹ ਕਹਿੰਦੇ ਜੇਕਰ ਮੇਰੀ ਜਿੱਤ ਦਰਜ ਹੋਗੀ ਫੌਰੀ ਤੌਰ ਤੇ ਇਹ ਹੁਕਮ ਰੱਦ ਕਰ ਦਿੱਤੇ ਜਾਣਗੇ। ਇਹਦੇ ਨਾਲ ਹੀ ਉਹ ਕਹਿੰਦੇ ਜਿਹੜੇ ਗ੍ਰੀਨ ਕਾਰਡ ਦੇ ਉੱਤੇ ਰੋਕ ਲਗਾਈ ਹੋਈ ਹੈ ਅਸਥਾਈ ਤੌਰ ਤੇ ਚੱਕ ਦਿਆਂਗੇ ਨਾਲ ਦੀ ਨਾਲ। ਇਹਦੇ ਨਾਲ ਉਹ ਕਹਿੰਦੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ, ਕਿ ਮੁਸਲਿਮ ਜਿਹੜੇ ਕੰਟਰੀ ਨੇ, ਉਹਨਾਂ ਦੇ ਵਿੱਚੋਂ ਕਈਆਂ ਦੇ ਉੱਤੇ ਪਾਬੰਦੀਆਂ ਦਾ ਐਲਾਨ ਰਾਸ਼ਟਰਪਤੀ ਟਰੰਪ ਸਾਹਿਬ ਨੇ ਕਰ ਦਿੱਤਾ ਸੀ ਕਿ ਉਹ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਦੇ। ਉਹ ਕਹਿੰਦੇ ਵਿਤਕਰੇ ਵਾਲੀ ਜਿਹੜੀ ਇਹ ਨੀਤੀ ਅਪਣਾਈ ਜਾ ਰਹੀ ਹੈ ਕਿ ਆਹ ਆ ਸਕਦਾ, ਆਹ ਨਹੀਂ ਆ ਸਕਦਾ। ਜੇਕਰ ਮੈਂ ਰਾਸ਼ਟਰਪਤੀ ਚੁਣਿਆ ਗਿਆ ਤੇ ਇਹ ਰੋਕ ਵੀ ਚੁੱਕ ਦਿੱਤੀ ਜਾਏਗੀ। ਇਹਦੇ ਨਾਲ ਹੀ ਉਹ ਕਹਿੰਦੇ ਇੱਕ ਮੈਂ ਹੋਰ ਕਾਨੂੰਨ ਲਿਆਵਾਂਗਾ। ਕਾਨੂੰਨ ਇਹ ਹੋਊਗਾ ਕਿ ਇਹ ਵਿਤਕਰੇ ਵਾਲਾ ਕੋਈ ਵੀ ਆਉਣ ਵਾਲਾ ਨਵਾਂ ਰਾਸ਼ਟਰਪਤੀ ਮੁੜ ਕੇ ਇਸ ਤਰ੍ਹਾਂ ਦਾ ਕਾਨੂੰਨ ਮੁੜ ਕੇ ਲਾਗੂ ਨਾ ਕਰ ਸਕੇ। ਮੈਂ ਇਸ ਤਰ੍ਹਾਂ ਦਾ ਇੱਕ ਨਵਾਂ ਕਾਨੂੰਨ ਵੀ ਬਣਾ ਦਿਆਂਗਾ। ਹੁਣ ਜੇਕਰ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਜੋ ਬਾਈਡਨ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਨੇ, ਭਾਵ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੈ
ਫਿਰ ਆਹ ਚੀਜ਼ਾਂ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ। ਨਹੀਂ ਤੇ ਰਾਸ਼ਟਰਪਤੀ ਟਰੰਪ ਸਾਹਿਬ ਬੀਤੇ ਲਗਭਗ ਪੌਣੇ 4 ਵਰ੍ਹੇ ਹੋ ਗਿਆ ਜਿਸ ਤਰ੍ਹਾਂ ਦੇ ਹੁਕਮ ਸੁਣਾਉਂਦੇ ਆ ਰਹੇ ਆ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਪਰ ਅਮਰੀਕਾ ਦੇ ਉਹ ਪਹਿਲੇ ਰਾਸ਼ਟਰਪਤੀ ਨੇ ਜਿਨ੍ਹਾਂ ਦੇ ਪੋਸਟ ਫੇਸਬੁੱਕ ਨੇ ਵੀ ਡਿਲੀਟ ਕਰ ਦਿੱਤੇ ਆ, ਜਿਨ੍ਹਾਂ ਦੇ ਪੋਸਟ ਟਵਿੱਟਰ ਨੇ ਵੀ ਹਟਾ ਦਿੱਤੇ ਆ, ਤੇ ਨਾਲ ਅਸਥਾਈ ਤੌਰ ਤੇ ਪਾਬੰਦੀ ਵੀ ਲਾ ਦਿੱਤੀ ਹੈ। ਪਾਬੰਦੀ ਦਰਅਸਲ ਇਹ ਲਾਈ, ਫੌਕਸ ਚੈਨਲ ਦੇ ਉੱਤੇ ਬੀਤੇ ਦਿਨ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ। ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਕਿ ਮੈਂ ਇਹ ਆਖ ਸਕਦਾ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਕਰੋਨਾ ਵਾਇਰਸ ਨਹੀਂ ਹੁੰਦਾ, ਮੈਂ ਯਕੀਨ ਨਾਲ ਆਖ ਸਕਦਾ। ਉਹ ਕਹਿੰਦੇ ਇਹ ਤੁਸੀਂ ਕਿਵੇਂ ਕਹਿ ਦਿੱਤਾ, ਤੁਸੀਂ ਕੋਈ ਸਿਹਤ ਮਾਹਰ ਹੋ ਕਿ ਬੱਚਿਆਂ ਨੂੰ ਕਰੋਨਾ ਵਾਇਰਸ ਨਹੀਂ ਹੋਣਾ। ਉਹ ਕਹਿੰਦੇ ਇਹ ਗਲਤ ਜਾਣਕਾਰੀ ਹੈ। ਟਵਿੱਟਰ ਨੇ ਵੀ ਚੱਕ ਦਿੱਤੀ, ਆ ਫੇਸਬੁੱਕ ਵਾਲਿਆਂ ਨੇ ਵੀ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਦੀ ਪੋਸਟ ਹਟਾਈ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਨਮੋਸ਼ੀ ਵਾਲੀ ਗੱਲ ਹੈ ਕਿ ਐਡਾ ਜ਼ਿੰਮੇਵਾਰ ਵਿਅਕਤੀ ਹੋਵੇ, ਸੋਸ਼ਲ ਮੀਡੀਆ ਟਵਿੱਟਰ ਹੈਂਡਲ ਜਾਂ ਫੇਸਬੁੱਕ ਉਹਦੀ ਪੋਸਟ ਰਿਮੂਵ ਕਰ ਦੇਵੇ ਅਤੇ ਨਾਲ ਅਸਥਾਈ ਤੌਰ ਤੇ ਪਾਬੰਦੀ ਵੀ ਲਾ ਲਵੇ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਵੀ ਸਿਆਸਤ ਨਾਲ ਜੁੜੀ ਹੋਈ ਹੈ। ਅਸਲ ਦੇ ਵਿੱਚ ਨਵਜੋਤ ਕੌਰ ਸਿੱਧੂ, ਤੁਹਾਨੂੰ ਪਤਾ ਹੈ ਕਿ ਵਿਭਾਗ ਨੇ, ਨਵਜੋਤ ਸਿੰਘ ਸਿੱਧੂ ਵੀ ਇਸ ਤਰ੍ਹਾਂ ਨੇ, ਜਿਹੜੀ ਗੱਲ ਕਹਿਣੀ ਹੈ ਤੇ ਕਹਿ ਦਿੰਦੇ ਨੇ। ਪਹਿਲਾਂ ਦੋਵੇਂ ਬੀਜੇਪੀ ਦੇ ਵਿੱਚ ਸੀ, ਸੰਸਦ ਮੈਂਬਰ ਵੀ ਰਹੇ ਤੇ ਹੁਣ ਉਹ ਕੈਬਨਿਟ ਮੰਤਰੀ ਵੀ ਸੀ, ਤੇ ਹੁਣ ਆਖਰਕਾਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਹੁਤੀ ਨਾ ਬਣੀ ਤੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਹੋਣਾ ਪਿਆ, ਅਸਤੀਫਾ ਦੇ ਦਿੱਤਾ। ਕਹਿੰਦੇ ਨਹੀਂ, ਤੇਰੀ ਤੇ ਮੇਰੀ ਨਹੀਂ ਬਣਦੀ, ਤੇ ਆ ਚੱਕ ਅਸਤੀਫਾ। ਕਾਫੀ ਲੰਬੇ ਸਮੇਂ ਤੋਂ ਸਾਇਲੈਂਟ ਮੋਡ ਤੇ ਸੀ, ਪਰ ਹੁਣ ਇੱਕ ਉਹਨਾਂ ਨੇ ਚੈਨਲ ਬਣਾਇਆ YouTube ਚੈਨਲ, ਉਹਦੇ ਤੇ ਕਦੇ ਕਦੇ ਸਰਗਰਮ ਹੁੰਦੇ ਨੇ। ਅਸਲ ਵਿੱਚ ਨਵਜੋਤ ਕੌਰ ਸਿੱਧੂ ਉਹ ਕਹਿੰਦੀ ਸਾਡਾ ਸਟੈਂਡ ਪਹਿਲਾਂ ਵੀ ਇਹੀ ਸੀ, ਸਟੈਂਡ ਸਾਡਾ ਹੁਣ ਵੀ ਉਹੀ ਹੈ। ਮਾਨਸਾ ਦੇ ਭੀਖੀ ਦੇ ਵਿੱਚ ਕਿਸੇ ਸਾਧ ਦੇ, ਕਿਸੇ ਸੰਤ ਦੇ ਡੇਰੇ ਤੇ ਮੱਥਾ ਟੇਕਣ ਗਈ ਸੀ ਨਵਜੋਤ ਕੌਰ ਸਿੱਧੂ। ਉੱਥੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨੇ ਪੁੱਛ ਲਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ, ਭਵਿੱਖ ਦੀਆਂ ਯੋਜਨਾਵਾਂ ਕੀ ਨੇ, ਕਿ ਕਾਂਗਰਸ 'ਚ ਰਹੋਗੇ, ਕੀ ਭਾਜਪਾ 'ਚ ਜਾਓਗੇ, ਕੀ ਆਮ ਆਦਮੀ ਪਾਰਟੀ ਵੱਲ ਜਾਣ ਦਾ ਖਿਆਲ ਹੈ। ਉਹ ਕਹਿੰਦੀ ਦੇਖੋ ਸਟੈਂਡ ਸਾਡਾ ਪਹਿਲਾਂ ਵੀ ਉਹੀ ਸੀ, ਸਟੈਂਡ ਸਾਡਾ ਹੁਣ ਵੀ ਉਹੀ ਹੈ। ਜੇ ਤਾਂ ਕਾਂਗਰਸ ਨੇ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਹੋਵੇ ਅਸੀਂ ਨਿਭਾਈ ਨਾ ਹੋਵੇ ਤਾਂ ਕੋਈ ਆਖ ਸਕਦਾ ਸੀ। ਉਹ ਕਹਿੰਦੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਗਈ ਠੋਕ ਵਜਾ ਕੇ ਨਵਜੋਤ ਸਿੰਘ ਸਿੱਧੂ ਨੇ ਪੂਰੀ ਕੀਤੀ। ਪਰ ਹੁਣ ਉਹ ਕਹਿੰਦੀ ਭਾਜਪਾ ਦੇ ਵਿੱਚ ਜਾਣ ਤੇ ਅਸੀਂ ਵਿਚਾਰ ਕਰ ਸਕਦੇ ਹਾਂ, ਕਿਉਂਕਿ ਬੀਤੇ ਸਮੇਂ ਤੋਂ ਕਿਆਸ ਰਹੀਆਂ ਲੱਗ ਰਹੀਆਂ ਨੇ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਨਾ ਰਹਿਣ। ਉਹ ਕਹਿੰਦੀ ਸ਼ਰਤ ਸਾਡੀ ਇੱਕੋ ਹੀ ਹੈ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਤੋੜ ਵਿਛੋੜਾ ਕਰੇ। ਉਹ ਕਹਿੰਦੇ ਤੋੜ ਵਿਛੋੜਾ ਕਰ ਲੈਣ, ਦੇਖ ਲਾਂਗੇ ਕਿ ਮੁੜ ਕੇ ਭਾਜਪਾ 'ਚ ਜਾਣਾ ਜਾਂ ਨਹੀਂ। ਇਹਦਾ ਮਤਲਬ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਬੀਜੇਪੀ ਵਾਲੇ ਕੋਈ ਸਿੱਖ ਚਿਹਰਾ ਮੁਹਰਾ ਲੱਭਦੇ ਫਿਰ ਰਹੇ ਨੇ, ਹੋ ਸਕਦਾ ਹੈ ਕਿਉਂਕਿ ਪੰਜਾਬ ਇਕਾਈ ਭਾਜਪਾ ਦੀ ਬੀਤੇ ਲੰਬੇ ਸਮੇਂ ਤੋਂ ਕਹਿ ਰਹੀ ਹੈ ਕਿ ਹੁਣ ਅਸੀਂ ਅਕਾਲੀਆਂ ਨਾਲ ਨਹੀਂ ਰਹਿਣਾ। ਜੇ ਇਹ ਹੋ ਗਿਆ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹੋਣ। ਹੁਣ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੀ ਤੁਸੀਂ ਕੇਜਰੀਵਾਲ ਬਾਰੇ ਪੁੱਛਦੇ ਹੋ, ਕੇਜਰੀਵਾਲ ਨੇ ਜਿਹੜਾ ਵਾਅਦਾ ਕੀਤਾ ਸੀ ਨਿਭਾਇਆ ਹੈ। ਉਹਨਾਂ ਨੇ ਕਿਹਾ ਸੀ ਕਿ ਮੈਂ ਸਿਹਤ ਦੇ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਾਂਗਾ। ਉਹ ਕਹਿੰਦੀ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਦਿੱਲੀ ਵਿੱਚ, ਮੈਂ ਉਹਨਾਂ ਦੀ ਸਿਫਤ ਕੀਤੇ ਬਗੈਰ ਰਹਿ ਨਹੀਂ ਸਕਦੀ। ਹੁਣ ਜਿਹੜੀਆਂ ਦੋਵੇਂ ਟਿੱਪਣੀਆਂ ਕੀਤੀਆਂ ਨੇ, ਸਿਆਸੀ ਪੰਡਤ ਇਹਨਾਂ ਨੂੰ ਬਹੁਤ ਗੌਰ ਨਾਲ ਵਾਚ ਰਹੇ ਨੇ ਕਿ ਉਹਨਾਂ ਨੇ ਕੇਜਰੀਵਾਲ ਦੀ ਵਿਰੋਧਤਾ ਨਹੀਂ ਕੀਤੀ ਤੇ ਭਾਜਪਾ ਦੇ ਵਿੱਚ ਜਾਣ ਦਾ ਬਦਲ ਵੀ ਖੁੱਲ੍ਹਾ ਰੱਖ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭੁਚਾਲ ਆ ਸਕਦਾ ਹੈ। ਸਿਆਸਤ ਗਰਮਾ ਰਹੀ ਹੈ ਕਿਉਂਕਿ ਚੋਣ ਵਰ੍ਹਾ ਨੇੜੇ ਆਉਂਦਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕੋ ਇੱਕ ਵਿਧਾਇਕ ਨੇ ਇਸ ਵਕਤ ਪੰਜਾਬ ਦੇ 117 ਦੇ ਵਿੱਚੋਂ ਜਿਨ੍ਹਾਂ ਨੇ ਇਸ ਕਰੋਨਾ ਵਾਇਰਸ ਮਹਾਮਾਰੀ ਦੇ ਦਿਨਾਂ ਦੇ ਵਿੱਚੋਂ ਸਰਕਾਰੀ ਖਜ਼ਾਨੇ ਵਿੱਚੋਂ ਨਹੀਂ, ਕਰੋੜਾਂ ਰੁਪਈਆ ਆਪਣੀ ਜੇਬ ਦੇ ਵਿੱਚੋਂ ਆਪਣੇ ਹਲਕੇ ਦੇ ਲੋਕਾਂ ਤੇ ਖਰਚਿਆ। ਉਹ ਕਹਿੰਦੀ ਅਸੀਂ ਪਹਿਲਾਂ ਵੀ ਉਸੇ ਸਟੈਂਡ ਤੇ ਸੀ, ਅਸੀਂ ਅੱਜ ਵੀ ਉਸੇ ਸਟੈਂਡ ਤੇ ਹਾਂ, ਪਰ ਪੰਜਾਬ ਸਰਕਾਰ ਲੋਕਾਂ ਨੂੰ ਇਨਸਾਫ ਦੇਣ ਦੇ ਵਿੱਚ ਫੇਲ ਹੋਈ ਹੈ। ਹਾਲਾਂਕਿ ਉਹ ਕਾਂਗਰਸ ਪਾਰਟੀ ਵਿੱਚ ਨੇ ਹੁਣ। ਉਹ ਕਹਿੰਦੀ ਅੱਜ ਨਾਜਾਇਜ਼ ਸ਼ਰਾਬ ਪੀ ਕੇ, ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੇ ਲੋਕ ਮਰੇ ਹੈ, ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਭਾਵੇਂ ਕੋਈ ਮੰਤਰੀ ਹੋਵੇ, ਵਜ਼ੀਰ ਹੋਵੇ, ਕੋਈ ਅਧਿਕਾਰੀ ਹੋਵੇ, ਕੋਈ ਕਰਮਚਾਰੀ ਹੋਵੇ, ਕੋਈ ਮੁਲਾਜ਼ਮ ਹੋਵੇ, ਬਖਸ਼ਿਆ ਨਹੀਂ ਜਾਣਾ ਚਾਹੀਦਾ। ਪਰ ਜਦੋਂ ਆਹੀ ਗੱਲ ਸ਼ਮਸ਼ੇਰ ਸਿੰਘ ਦੂਲੋ ਨੇ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀ ਕੀਤੀ ਸੀ, ਉਹਦੇ ਤੋਂ ਬਾਅਦ ਤੇ ਭੁਚਾਲ ਆਇਆ ਪਿਆ ਕਾਂਗਰਸ ਪਾਰਟੀ ਵਿੱਚ। ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਹੋਈ ਕਹਿੰਦੀ ਸੀ ਮੈਂ ਚਿੱਠੀ ਲਿਖੂੰ ਕਾਂਗਰਸ ਦੀ ਚੇਅਰਪਰਸਨ ਬੀਬੀ ਸੋਨੀਆ ਗਾਂਧੀ ਨੂੰ ਕਿ ਆਹ ਬੰਦੇ ਜਿਹੜੀ ਥਾਲੀ 'ਚ ਖਾ ਰਹੇ ਨੇ ਉਹ 'ਚ ਛੇਕ ਕਰ ਰਹੇ ਨੇ।
ਹਲੇ ਉਹਨਾਂ ਨੇ ਗੱਲਾਂ ਕੀਤੀਆਂ ਸੀ। ਦੂਜੇ ਦਿਨ ਬਦਲਵਾਂ ਜਵਾਬ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦਾ ਆ ਗਿਆ ਸੀ। ਬਾਜਵਾ ਸਾਹਿਬ ਕਹਿੰਦੇ ਜਿਹੜੀ ਅਸੀਂ ਚਿੱਠੀ ਲਿਖਦੇ ਹਾਂ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੇਰੇ ਕੋਲ ਪੜ੍ਹਨ ਦਾ ਸਮਾਂ ਨਹੀਂ, ਮੈਂ ਨਹੀਂ ਪੜ੍ਹਨੀ। ਉਹ ਕਹਿੰਦੇ ਸਾਡੀ ਚਿੱਠੀ ਲਿਖੀ ਪੜ੍ਹਨੀ ਹੋਈ ਨਹੀਂ, ਫਿਰ ਅਸੀਂ ਕਰੀਏ ਤੇ ਕੀ ਕਰੀਏ। ਇਸੇ ਕਰਕੇ ਇਹਨਾਂ ਦੋਵੇਂ ਸੰਸਦ ਮੈਂਬਰਾਂ ਨੇ, ਕਾਂਗਰਸ ਦੇ ਸੰਸਦ ਮੈਂਬਰ ਨੇ, ਪੰਜਾਬ ਦੇ ਗਵਰਨਰ ਨੂੰ, ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਉਹ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਹੋਰੀ ਮੈਦਾਨ ਵਿੱਚ ਆਏ ਸੀ ਤੇ ਹੁਣ ਪੂਰੀ ਦੀ ਪੂਰੀ ਕੈਬਨਿਟ ਇਹਨਾਂ ਦੋਵੇਂ ਸੰਸਦ ਮੈਂਬਰਾਂ ਦਾ ਘੇਰਾਬੰਦੀ ਕਰ ਰਹੀ ਹੈ। ਉਹ ਕਹਿੰਦੇ ਅਸੀਂ ਚਾਹੁੰਦੇ ਹਾਂ, ਸਾਡੀ ਸਾਰਿਆਂ ਦੀ ਯੂਨੈਨਿਮਸਲੀ ਮੰਗ ਹੈ, ਸਰਬਸੰਮਤੀ ਨਾਲ ਮੰਗ ਕਰ ਰਹੇ ਹਾਂ ਕਿ ਦੋਵੇਂ ਬੰਦਿਆਂ ਨੂੰ, ਦੂਲੋ ਨੂੰ ਵੀ ਤੇ ਬਾਜਵਾ ਸਾਹਿਬ ਨੂੰ ਵੀ, ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਅਸੀਂ ਇਸ ਤਰ੍ਹਾਂ ਦੇ ਬੰਦੇ ਨਹੀਂ ਰੱਖਣੇ। ਉਹ ਕਹਿੰਦੇ ਲੋਕਤੰਤਰਕ ਢਾਂਚਾ ਹੁੰਦਾ ਹੈ, ਪਰ ਮੈਂ ਪੁੱਛਣਾ ਚਾਹੁੰਦਾ ਇਹ ਵੀ ਤਾਂ ਲੋਕਤੰਤਰਕ ਢਾਂਚਾ ਹੈ ਕਿ ਆਪਣੀ ਆਵਾਜ਼ ਉਹ ਬੁਲੰਦ ਕਰਨ। ਕੀ ਪੰਜਾਬ ਦੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ? ਕੀ ਕੈਪਟਨ ਅਮਰਿੰਦਰ ਸਿੰਘ ਜੇ ਕਹਿ ਰਹੇ ਨੇ ਕਿ ਕਤਲ ਦਾ ਮੁਕੱਦਮਾ ਦਰਜ ਹੋਵੇ, ਆਬਕਾਰੀ ਵਿਭਾਗ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਕਿ ਇਹਨਾਂ ਦੋਵੇਂ ਸੰਸਦ ਮੈਂਬਰਾਂ ਨੂੰ ਜੇਕਰ ਬਾਹਰ ਦਾ ਰਸਤਾ ਦਿਖਾ ਵੀ ਦਿੱਤਾ ਜਾਂਦਾ ਹੈ, ਕਿ ਫਿਰ ਇਨਸਾਫ ਮਿਲ ਜਾਏਗਾ? ਭਾਵੇਂ ਸਿਆਸਤ ਕਰ ਰਿਹਾ ਕਿ ਭਾਵੇਂ ਕੋਈ ਨਹੀਂ ਸਿਆਸਤ ਕਰ ਰਿਹਾ, ਪਰ ਦੂਲੋ ਸਾਹਿਬ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਤੇ ਕੁਝ ਵੀ ਗਲਤ ਨਹੀਂ ਕਿਹਾ। ਭਾਵੇਂ ਕਿ ਹੁਣ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਦੀ ਕੈਬਨਿਟ ਨੂੰ ਇਹ ਦੋਵੇਂ ਹੀ ਗਲਤ ਲੱਗਦੇ ਨੇ। ਉਹ ਕਹਿੰਦੇ ਸਾਡੀ ਚਿੱਠੀ ਖੋਲ ਕੇ ਤਾਂ ਦੇਖੋ, ਜਿਹੜੇ ਤੁਸੀਂ ਮੁੱਦੇ ਕਹਿੰਦੇ ਹੋ ਕਿ ਅਸੀਂ ਅੱਜ ਤੱਕ ਵਿਚਾਰੇ ਨਹੀਂ, ਸਾਰੇ ਮੁੱਦਿਆਂ ਦਾ ਜ਼ਿਕਰ ਤਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਚਿੱਠੀਆਂ ਵਿੱਚ ਕਰ ਚੁੱਕੇ ਹਾਂ। ਜਦ ਕੈਪਟਨ ਅਮਰਿੰਦਰ ਸਿੰਘ ਸਾਡੀ ਚਿੱਠੀ ਖੋਲਦੇ ਨਹੀਂ, ਸਾਡੀ ਚਿੱਠੀ ਪੜ੍ਹਦੇ ਹੀ ਨਹੀਂ, ਤੁਹਾਨੂੰ ਪਤਾ ਕਿਵੇਂ ਲੱਗੇ ਕਿ ਅਸੀਂ ਕਹਿੰਦੇ ਕੀ ਹਾਂ ਤੇ ਸਾਡੀਆਂ ਮੰਗਾਂ ਕੀ ਨੇ? ਇਸੇ ਕਰਕੇ ਅਸੀਂ ਅੱਕ ਚੱਬਿਆ, ਗਵਰਨਰ ਸਾਹਿਬ ਨੂੰ ਲਿਖਿਆ ਕਿ ਆਹ ਜਿਹੜੀ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀਆਂ ਮੌਤਾਂ ਹੋਈਆਂ ਨੇ, ਇਨਸਾਫ ਦਿਓ। ਤੇ ਹੁਣ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਮਿਲ ਰਹੀ ਹੈ ਹਰਿਆਣਾ ਦੇ ਕੈਥਲ ਵਿੱਚੋਂ। ਕੈਥਲ ਜ਼ਿਲ੍ਹੇ ਦਾ ਪਿੰਡ ਹੈ ਬੜੀ ਸੀਕਰੀ। ਬੜੀ ਸੀਕਰੀ ਦੇ ਵਿੱਚ ਬੁੱਧਵਾਰ ਵਾਲੇ ਦਿਨ 15 ਵਰ੍ਹਿਆਂ ਦੀ ਇੱਕ ਮੁਟਿਆਰ ਦੀ ਹੋਈ ਮੌਤ। ਪਿੰਡ ਵਿੱਚ ਖਬਰ ਇਹ ਫੈਲਾਈ ਗਈ ਕਿ ਅਚਨਚੇਤ ਇਸ ਲੜਕੀ ਦੀ ਮੌਤ ਹੋ ਗਈ ਹੈ। ਚੁੱਪ ਚਪੀਤੇ ਕੁਝ ਰਿਸ਼ਤੇਦਾਰ ਇਕੱਠੇ ਹੋਏ, ਘਰ ਦੇ ਬੰਦੇ, ਪਰਿਵਾਰਕ ਮੈਂਬਰ, ਕੁਝ ਰਿਸ਼ਤੇਦਾਰ ਆਏ ਤੇ ਵੀਰਵਾਰ ਦੀ ਸਵੇਰ ਕੁੜੀ ਦਾ ਸੰਸਕਾਰ ਕਰ ਰਹੇ ਸੀ। ਇਹ ਪਤਾ ਨਹੀਂ ਹਾਲੇ ਤੱਕ ਲੱਗ ਸਕਿਆ ਕਿ ਕਿਹੜੇ ਅਣਪਛਾਤੇ ਵਿਅਕਤੀ ਨੇ ਪਿੰਡ ਵਿੱਚੋਂ ਜਾਂ ਕਿਸੇ ਨੇ ਬਾਹਰ ਫੋਨ ਕਰ ਦਿੱਤਾ ਥਾਣੇ ਨੂੰ ਕਿ ਸਾਡੇ ਪਿੰਡ ਵਿੱਚ ਇੱਕ ਸ਼ੱਕੀ ਮੌਤ ਹੋਈ ਹੈ 15 ਵਰ੍ਹਿਆਂ ਦੀ ਲੜਕੀ ਦੀ। ਪਿੰਡ ਵਿੱਚ ਦੱਸਿਆ ਤੱਕ ਨਹੀਂ ਗਿਆ, ਲੜਕੀ ਦਾ ਸੰਸਕਾਰ ਕੀਤਾ ਜਾ ਰਿਹਾ। ਐਸਡੀਐਮ ਵੀ ਆ ਗਿਆ, ਡਿਊਟੀ ਮੈਜਿਸਟ੍ਰੇਟ ਵੀ ਆ ਗਿਆ, ਡੀਐਸਪੀ ਵੀ ਆ ਗਿਆ ਤੇ ਥਾਣਾ ਵੀ ਚੜ੍ਹ ਕੇ ਆ ਗਿਆ। ਜਦ ਨੂੰ ਸਿਵਿਆਂ ਦੇ ਵਿੱਚ ਪਹੁੰਚੇ, ਲੜਕੀ ਦੀ ਚਿਤਾ ਨੂੰ ਅੱਗ ਦੇ ਦਿੱਤੀ ਗਈ ਸੀ। ਪਾਣੀ ਲਿਆਂਦਾ ਗਿਆ, ਬਲਦੀ ਚਿਖਾ ਦੇ ਉੱਤੇ ਪਾਣੀ ਸੁੱਟ ਕੇ ਅੱਗ ਬੁਝਾ ਦਿੱਤੀ ਗਈ ਤੇ ਉਹਦੇ ਵਿੱਚੋਂ ਲਾਸ਼ ਕੱਢ ਲਈ ਗਈ। ਅੱਧ ਸੜੀ ਲਾਸ਼ ਕੱਢ ਕੇ ਜਦੋਂ ਉਸ ਨੂੰ ਪੋਸਟਮਾਰਟਮ ਵਾਸਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਸੇ ਹੀ ਵਕਤ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ, ਉਹਦਾ ਭਰਾ ਤੇ ਉਹਦੇ ਚਾਚੇ ਦਾ ਮੁੰਡਾ, ਭਾਵ ਚਚੇਰਾ ਭਰਾ ਗ੍ਰਿਫਤਾਰ ਕੀਤੇ। ਪਹਿਲਾਂ ਤਾਂ ਕਹੀ ਗਿਆ ਕੁਦਰਤੀ ਮੌਤ ਹੈ, ਥੋੜੀ ਜਿਹੀ ਸਖਤੀ ਕੀਤੀ ਜਦੋਂ ਥਾਣੇ ਲਿਜਾ ਕੇ ਦੱਸਿਆ ਕਿ ਸਾਨੂੰ ਪਤਾ ਇਹ ਤਾਂ ਕੰਧਾਂ ਬੋਲਣ ਲਾ ਦੇਈਆਂ ਤੇ ਨਹੀਂ ਮੰਨ ਗਏ, ਗੁਨਾਹ ਕਬੂਲ ਕਰ ਲਿਆ। ਉਹ ਕਹਿੰਦੇ ਦੇਖੋ ਗੱਲ ਅਸਲ ਇਹ ਸੀ, ਕੁਦਰਤੀ ਮੌਤ ਨਹੀਂ ਮਰੀ, ਅਸੀਂ ਗਲ ਘੁੱਟ ਕੇ ਰਲ ਕੇ ਮਾਰਿਆ। ਹੁਣ ਮਾਰਨ ਦਾ ਕਾਰਨ ਕੀ ਸੀ? ਦਰਅਸਲ ਇਸ ਲੜਕੀ ਦੀ ਆਨਰ ਕਿਲਿੰਗ ਹੋਈ ਹੈ। ਉਹ ਕਹਿੰਦੇ ਪਿੰਡ ਦੇ ਕਿਸੇ ਲੜਕੇ ਨਾਲ ਲਗਾਤਾਰ ਇਹ ਫੋਨ ਤੇ ਕਰਦੀ ਸੀ ਗੱਲਾਂ। ਅਸੀਂ ਇਹਨੂੰ ਕਈ ਵਾਰੀ ਰੋਕਿਆ ਕਿ ਇਹ ਗੱਲਾਂ ਤੁਹਾਡੀਆਂ ਠੀਕ ਨਹੀਂ, ਪਰ ਕਹਿੰਦੇ ਇਹ ਮੰਨੀ ਨਹੀਂ। ਜਦੋਂ ਵਾਰ-ਵਾਰ ਅਸੀਂ ਇਹਨੂੰ ਸਮਝਾਉਂਦੇ ਰਹੇ ਤੇ ਇਹ ਫੋਨ ਕਰਨੋਂ ਹਟੀ ਨਾ, ਆਖਿਰਕਾਰ ਅਸੀਂ ਇਸ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਹੈ। ਹੁਣ ਇਹਨਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਅਗਲੀ ਖਬਰ ਵੱਲ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਪੰਜਾਬੀ ਨੌਜਵਾਨ ਮਨੀਲਾ ਦੇ ਵਿੱਚ ਗਿਆ ਹੋਇਆ ਸੀ। ਬਹੁਤ ਸਾਰੇ ਪੰਜਾਬੀ ਨੌਜਵਾਨ ਮਨੀਲਾ ਵਿੱਚ ਗਏ ਹੋਏ ਨੇ। ਬਹੁਤ ਸਾਰੇ ਪੰਜਾਬੀ ਤੇ ਭਾਰਤੀ ਤੇ ਹੋਰ ਮੁਲਕਾਂ ਤੋਂ ਵੀ ਲੋਕ ਮਨੀਲਾ ਵਿੱਚ ਰਹਿੰਦੇ ਆ। ਬਹੁਤੇ ਲੋਕ ਮਨੀਲਾ ਦੇ ਵਿੱਚ ਫਾਈਨਾਂਸ ਦਾ ਕਾਰੋਬਾਰ ਕਰਦੇ ਆ। ਬੀਤੇ ਸਾਲਾਂ ਵਿੱਚ, ਬੀਤੇ ਸਮੇਂ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਪੈਸੇ ਦੇ ਲੈਣ ਦੇਣ ਵਿੱਚ। ਪਰ ਇਹ 32 ਵਰ੍ਹਿਆਂ ਦਾ ਨੌਜਵਾਨ ਹਰਪ੍ਰੀਤ ਕੋਟਕਪੂਰੇ ਦੇ ਨੇੜੇ ਪਿੰਡ ਸੀ ਦਾ ਫਿੱਡੇ ਕਲਾਂ ਦਾ ਇਹ ਨੌਜਵਾਨ ਹਜੇ ਪਿਛਲੇ ਸਾਲ ਇਸਨੇ ਵਿਆਹ ਕਰਵਾਇਆ ਸੀ। ਮਾਪੇ ਇਸ ਤੇ ਪਹਿਲਾਂ ਹੀ ਮਰ ਚੁੱਕੇ ਨੇ, ਮਾਂ-ਬਾਪ ਦਾ ਸਾਇਆ ਇਸ ਤੇ ਸਿਰ ਤੋਂ ਉੱਠਿਆ ਹੋਇਆ ਸੀ। 32 ਵਰ੍ਹਿਆਂ ਦਾ ਇਹ ਨੌਜਵਾਨ ਹਰਪ੍ਰੀਤ ਮਨੀਲਾ ਵਿੱਚ ਰਹਿੰਦਾ ਸੀ। ਇਹਦੀ ਭੈਣ ਤੇ ਇਸ ਦਾ ਜੀਜਾ ਵੀ ਜਿਹੜੇ ਨੇੜਲੇ ਪਿੰਡ ਸਿਰਸੜੀ ਤੋਂ ਨੇ,
ਉਹ ਵੀ ਮਨੀਲਾ ਵਿੱਚ ਹੀ ਰਹਿੰਦੇ ਸੀ। ਬੀਤੇ ਦਿਨੀ ਹਰਪ੍ਰੀਤ ਦੀ ਭੈਣ ਕੁਦਰਤਨ ਪੰਜਾਬ ਆਈ ਹੋਈ ਸੀ। ਲੋਕਡਾਊਨ ਹੋ ਗਿਆ, ਫਲਾਈਟਾਂ ਬੰਦ ਹੋ ਗਈਆਂ, ਹਾਲੇ ਉਹ ਸਿਰਸੜੀ ਵਿੱਚ ਹੀ ਫਸੀ ਹੋਈ ਸੀ। ਉਮੀਦ ਕਰ ਰਹੀ ਸੀ ਕਿ ਬੜੀ ਜਲਦੀ ਫਲਾਈਟਾਂ ਖੁੱਲਣਗੀਆਂ ਤੇ ਮੈਂ ਵਾਪਸ ਮਨੀਲਾ ਆਪਣੇ ਭਰਾ ਤੇ ਆਪਣੇ ਪਤੀ ਕੋਲ ਪਰਤ ਜਾਵਾਂਗੀ। ਪਰ ਉਸ ਦੇ ਕੰਨੀ ਆ ਮਨਹੂਸ ਖਬਰ ਮਨੀਲਾ ਜਾਣ ਤੋਂ ਪਹਿਲਾਂ ਹੀ ਪੈ ਗਈ ਹੈ। ਕਾਰਨ ਇਹ ਹੋਇਆ, ਇਸ ਹਰਪ੍ਰੀਤ ਦੇ ਜੀਜੇ ਦੇ ਦੱਸਣ ਦੇ ਮੁਤਾਬਕ ਕਿ ਸਵੇਰੇ 4 ਵਜੇ ਸਬਜ਼ੀ ਦੇਣ ਗਿਆ। ਰਸਤੇ ਵਿੱਚ ਆਉਂਦਿਆਂ ਇਹਨਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਟਾਇਰ ਫਲੈਟ ਹੋ ਗਿਆ। ਸਟਿੱਪਣੀ ਲਾ ਰਹੇ ਸੀ ਗੱਡੀ ਨੂੰ। ਹੈਲਮਟ ਪਾਇਆ ਮੋਟਰਸਾਈਕਲ ਸਵਾਰ ਆਇਆ। ਇਹ 2 ਵਿਅਕਤੀ ਸੀ ਅਸਲ ਦੇ ਵਿੱਚ, ਇੱਕ ਇਹ ਹਰਪ੍ਰੀਤ ਤੇ ਇੱਕ ਇਹਦਾ ਸਾਥੀ। ਉਸਨੇ ਗੋਲੀਆਂ ਭਰਾਈਆਂ। ਹਰਪ੍ਰੀਤ ਦੇ ਗੋਲੀ ਲੱਗੀ ਤੇ ਥਾਂ ਤੇ ਮੌਤ ਹੋ ਗਈ। ਜਿਹੜਾ ਹਰਪ੍ਰੀਤ ਦੇ ਨਾਲ ਦਾ ਸਾਥੀ ਸੀ ਉਸਨੇ ਨੇੜਲੇ ਘਰਾਂ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਹੈ। ਆਪਣੇ ਆਪ ਦੇ ਵਿੱਚ ਇੱਕ ਮਨਹੂਸ ਤੇ ਮੰਦਭਾਗੀ ਖਬਰ ਹੈ। 32 ਵਰ੍ਹਿਆਂ ਦਾ ਹਰਪ੍ਰੀਤ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਨੀਲਾ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਗਿਆ। ਹੁਣ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਅਸਮਾਨੀ ਬਿਜਲੀ ਡਿੱਗੀ ਹੈ। ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਚੰਬੇ ਦੇ ਵਿੱਚ ਪੈਂਦਾ ਰਸੋਟ ਜੰਗਲ। ਰਸੋਟ ਜੰਗਲ ਦੇ ਵਿੱਚ 5 ਬੰਦੇ ਜਿਹੜੇ ਭੇਡਾਂ ਤੇ ਬੱਕਰੀਆਂ ਚਾਰਨ ਗਏ ਹੋਏ ਸੀ। ਅਚਨਚੇਤ ਅਸਮਾਨੀ ਬਿਜਲੀ ਡਿੱਗੀ। ਇੱਕ ਪਿਓ, ਉਹਦਾ ਪੁੱਤ ਤੇ ਇੱਕ ਉਹਨਾਂ ਦੇ ਨਾਲ ਦਾ ਸਾਥੀ, ਤਿੰਨਾਂ ਦੀ ਇਸ ਅਸਮਾਨੀ ਬਿਜਲੀ ਡਿੱਗਣ ਕਾਰਨ ਹੋ ਗਈ ਹੈ ਮੌਤ ਤੇ 2 ਵਿਅਕਤੀ ਹਾਲੇ ਲਾਪਤਾ ਨੇ। ਪੁਲਿਸ ਉਹਨਾਂ ਦੀ ਤਲਾਸ਼ ਕਰ ਰਹੀ ਹੈ, ਲੱਭ ਰਹੀ ਹੈ ਕਿ ਉਹ ਕਿੱਥੇ ਗਏ, ਕਿਉਂਕਿ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਪਰਿਵਾਰ ਦੇ ਹਵਾਲੇ 3 ਹੀ ਲਾਸ਼ਾਂ ਕਰ ਦਿੱਤੀਆਂ ਗਈਆਂ ਨੇ। ਹੁਣ ਇਹ ਜਿਹੜੇ ਰਿਸੋਰਟ ਜੰਗਲ ਦੇ ਵਿੱਚ ਭੇਡਾਂ ਬੱਕਰੀਆਂ ਚਾਰ ਰਹੇ ਸੀ, ਇਹਨਾਂ ਦੇ ਵਿੱਚ ਇੱਕ ਜਰਮੋ ਸੀ, ਉਹਦਾ ਮੁੰਡਾ ਪਵਨ ਸੀ ਅਤੇ ਇਹਨਾਂ ਦਾ ਸਾਥੀ ਪੱਪੂ ਸੀ। ਇਹ ਯੂਰਪਿੰਡ ਹੈ ਚੰਬਾ ਜ਼ਿਲ੍ਹੇ ਦਾ। ਉੱਥੋਂ ਲਗਭਗ ਚੰਬੇ ਤੋਂ 32 ਕਿਲੋਮੀਟਰ ਦੂਰ ਇੱਕ ਜੰਗਲ ਪੈਂਦਾ। ਜੰਗਲ ਦੇ ਵਿੱਚ ਭੇਡਾਂ ਬੱਕਰੀਆਂ ਚਾਰ ਰਹੇ ਸੀ। ਅਚਨਚੇਤ ਪਈ ਅਸਮਾਨੀ ਬਿਜਲੀ ਨੇ ਇਹ 3 ਜਾਨਾਂ ਲੈ ਲਈਆਂ ਨੇ। ਅਸਲ ਦੇ ਵਿੱਚ ਪਰਿਵਾਰਕ ਦੇ ਮੈਂਬਰ ਇਹ ਤਿੰਨੋਂ ਹੀ ਕਮਾਊ ਸੀ। ਪੱਪੂ ਆਪਣੇ ਪਰਿਵਾਰ ਦੇ ਵਿੱਚ ਕਮਾਊ ਪੁੱਤ ਸੀ। ਜਰਮੋ ਅਤੇ ਉਹਦਾ ਪੁੱਤਰ ਪਵਨ ਪਿਓ ਪੁੱਤ, ਇਹ ਵੀ ਪਰਿਵਾਰ ਦੇ ਵਿੱਚ ਕਮਾਊ ਸੀ। ਹੁਣ ਆਪਣੇ ਆਪ ਦੇ ਵਿੱਚ ਇਹ ਬਹੁਤ ਦੁਖਦਾਇਕ ਖਬਰ ਹੈ ਕਿ ਕਿਸੇ ਪਰਿਵਾਰ ਦਾ ਕਮਾਊ ਜੀ ਇਸ ਦੁਨੀਆ ਤੋਂ ਚਲਾ ਜਾਵੇ, ਉਹ ਵੀ ਕਮਾਉਣ ਵਾਸਤੇ ਗਿਆ ਹੋਵੇ ਤੇ ਵਾਪਸ ਘਰ ਪਰਤੇ ਨਾ। ਇਹ ਸਨ ਦੋਸਤੋ ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਸੈਗਮੈਂਟ ਚੰਗਾ ਲੱਗਿਆ ਹੋਣਾ। ਸੋ ਜੇਕਰ ਇਹ ਖਬਰਾਂ ਚੰਗੀਆਂ ਲੱਗੀਆਂ ਤਾਂ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਵੀਡੀਓ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਵੀ ਕਰਿਓ ਅਤੇ ਲਾਈਕ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।